ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਮੈਂ ਆਪ ਜੀ ਨੂੰ ਲੱਖੂ ਧਾੜਵੀ ਦੀ ਕਥਾ ਸੁਣਾ ਰਹੀ ਹਾਂ। ਲੱਖੂ ਧਾੜਵੀ ਕੌਣ ਸੀ? ਚੋਰ ਸੀ, ਡਕੈਤ ਸੀ, ਰਾਈਆਂ ਨੂੰ ਲੁੱਟਦਾ ਸੀ। ਸਿਰਫ ਲੁੱਟਦਾ ਨਹੀਂ ਸੀ, ਉਹਨਾਂ ਨੂੰ ਮਾਰ ਵੀ ਦਿੰਦਾ ਸੀ। ਇਤਨਾ ਪਾਪੀ ਬੰਦਾ ਸੀ। ਇੱਕ ਦਿਨ ਜਦੋਂ ਆਪਣੇ ਘਰੋਂ ਨਿਕਲਿਆ ਲੁੱਟ ਮਾਰ ਕਰਨ ਲਈ, ਰਾਹ ਵਿੱਚ ਜਾ ਰਿਹਾ ਸੀ। ਇੱਕ ਮਹਾਪੁਰਸ਼ ਬੈਠੇ ਹੋਏ, ਅੰਤਰ ਧਿਆਨ, ਅੱਖਾਂ ਬੰਦ, ਵਾਹਿਗੁਰੂ ਦੇ ਚਰਨਾਂ ਨਾਲ ਲਿਵ ਜੁੜੀ ਹੋਈ। ਲੱਖੂ ਨੇ ਦੇਖਿਆ ਕਿ ਕੋਈ ਮਹਾਪੁਰਸ਼ ਬੈਠੇ ਹੋਏ ਹਨ। ਧਿਆਨ ਆਇਆ ਕਿ ਅੱਜ ਮਹਾਪੁਰਸ਼ ਰਸਤੇ 'ਚ ਮਿਲੇ ਹਨ। ਅੱਜ ਮੋਟਾ ਮਾਲ ਮਿਲ ਜਾਏ ਤਾਂ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਵੀ ਤੀਸਰਾ ਹਿੱਸਾ ਮਾਲ ਦਾ ਰੱਖ ਦਿਆਂਗਾ। ਅੱਜ ਵਾਹ ਕੰਮ ਹੋ ਜਾਏ ਤੇ ਮਹਾਪੁਰਸ਼ਾਂ ਨੂੰ ਵੀ ਖੁਸ਼ ਕਰ ਦਿਆਂਗੇ। ਅੱਗੇ ਗਿਆ। ਜਦੋਂ ਅੱਗੇ ਗਿਆ, ਜੰਗਲ ਵਿੱਚ ਪਹੁੰਚਿਆ ਤੇ ਦੇਖਿਆ ਤੇ ਇੱਕ ਬੀਬੀਆਂ ਦਾ ਟੋਲਾ ਆ ਰਿਹਾ ਹੈ। ਬੀਬੀਆਂ ਖੁਸ਼ੀ ਨਾਲ ਆ ਰਹੀਆਂ ਹਨ, ਗੀਤ ਗਾਉਂਦੀਆਂ ਜਾ ਰਹੀਆਂ ਹਨ। ਸੋਹਣੇ ਕੱਪੜੇ, ਵਾਹ ਗਹਿਣੇ ਪਾਏ ਹੋਏ ਹਨ। ਲੱਖੂ ਧਾੜਵੀ ਨੇ ਦੇਖਿਆ ਕਿ ਅੱਜ ਮਹਾਪੁਰਸ਼ਾਂ ਦੇ ਦਰਸ਼ਨ ਹੋਏ ਹਨ, ਮੋਟਾ ਮਾਲ ਹੱਥਾਂ ਵਿੱਚ ਲੱਗ ਗਿਆ ਹੈ। ਇੱਕਦਮ ਬੀਬੀਆਂ ਨੂੰ ਕਿਹਾ, ਜਿੱਥੇ ਖੜੀਆਂ ਹੋ ਉੱਥੇ ਖੜੀਆਂ ਰਹਿ ਜਾਓ। ਬੀਬੀਆਂ ਡਰ ਗਈਆਂ। ਬੀਬੀਆਂ ਨੂੰ ਕਹਿੰਦੇ, ਜਾਣਦਾ ਤੁਸੀਂ ਜਾਣਦੀਆਂ ਹੋ ਮੈਂ ਕੌਣ ਆ? ਮੈਂ ਹਾਂ ਲੱਖੂ ਧਾੜਵੀ। ਜਦੋਂ ਲੱਖੂ ਧਾੜਵੀ ਦਾ ਨਾਂ ਸੁਣਿਆ, ਬੀਬੀਆਂ ਨੇ ਹੋਸ਼ ਗਾਇਬ ਹੋ ਗਏ, ਹੱਥ ਪੈਰ ਕੰਬਣ ਲੱਗ ਪਏ। ਇਹ ਅਸੀਂ ਕਿੱਥੇ ਫਸ ਗਈਆਂ ਲੱਖੂ ਧਾੜਵੀ ਦੇ ਚੱਕਰ ਹੀ। ਕਿਉਂਕਿ ਲੱਖੂ ਧਾੜਵੀ ਦਾ ਨਾਂ ਦੂਰ ਤੱਕ ਜਦੋਂ ਕੋਈ ਲੈਂਦਾ ਸੀ ਨਾ, ਲੋਕੀ ਕੰਬ ਜਾਂਦੇ ਸਨ। ਇਤਨਾ ਪਾਪੀ ਆਦਮੀ ਸੀ। ਬੀਬੀਓ, 1 ਮਿੰਟ ਤੋਂ ਪਹਿਲੇ ਜੋ ਗਹਿਣੇ ਕੱਪੜੇ ਪਾਏ ਹੋਏ ਹਨ, ਜੋ ਪੋਟਲੀਆਂ ਬੱਧੀਆਂ ਹਨ, ਸਭ ਇੱਥੇ ਮੇਰੇ ਦੇ ਕੋਲ ਆ ਕੇ ਰੱਖ ਦਿਓ। ਇੱਕ ਬੀਬੀ ਨੇ ਕਿਹਾ, ਭਾਈ ਸਾਨੂੰ ਜਾਣ ਦੇ, ਅਸੀਂ ਸ਼ਾਦੀ 'ਚ ਜਾ ਰਹੀਆਂ ਹਾਂ। ਖਬਰਦਾਰ ਜੇ ਇੱਕ ਲਫ਼ਜ਼ ਵੀ ਕਿਸੇ ਨੇ ਫालतू ਬੋਲਿਆ, ਕੋਈ ਵੀ ਬੋਲੇਗਾ ਉਸ ਦਾ ਗਾਟਾ ਲਾ ਦੂੰਗਾ। ਬੀਬੀਆਂ ਡਰ ਗਈਆਂ, ਰੋਣ ਧੋਣ ਪੈ ਗਿਆ। ਲੇਕਿਨ ਲੱਖੂ ਨੇ ਇਤਨਾ ਡਰਾਇਆ, ਉਹਨਾਂ ਨੇ ਆਪਣੇ ਗਹਿਣੇ ਕੱਪੜੇ ਸਭ ਕੁਝ ਉਤਾਰ ਕੇ ਲੱਖੂ ਦੇ ਕੋਲ ਰੱਖ ਦਿੱਤਾ। ਆਪ ਝਾੜੀਆਂ 'ਚ ਬੈਠ ਗਈਆਂ, ਰੋਂਦੀਆਂ ਪਿੱਟਦੀਆਂ ਪਈਆਂ। ਲੱਖੂ ਖੁਸ਼ੀ ਨਾਲ ਆਇਆ। ਜਦੋਂ ਰਾਹ ਵਿੱਚ ਆਇਆ, ਘਰ ਜਾ ਰਿਹਾ ਸੀ ਤੇ ਯਾਦ ਆ ਗਈ ਕਿ ਉੱਥੇ ਮਹਾਪੁਰਸ਼ ਬੈਠੇ ਸਨ। ਮੈਂ ਉਹਨਾਂ ਦੀ ਸੁਖਣਾ ਸੁਖੀ ਸੀ ਕਿ ਤੀਸਰਾ ਹਿੱਸਾ ਮਹਾਪੁਰਸ਼ੋ ਤੁਹਾਡੇ ਚਰਨਾਂ 'ਚ ਰੱਖਾਂਗਾ। ਯਾਦ ਆਉਂਦਿਆਂ ਹੀ ਮਹਾਪੁਰਸ਼ਾਂ ਦੇ ਕੋਲ ਚਲਾ ਗਿਆ। ਮਹਾਪੁਰਸ਼ ਜਿਸ ਤਰ੍ਹਾਂ ਪਹਿਲੇ ਬੈਠੇ ਹੋਏ ਸਨ, ਅੱਖਾਂ ਬੰਦ ਕਰਕੇ, ਉਸੇ ਤਰ੍ਹਾਂ ਬੈਠੇ ਹੋਏ ਹਨ। ਇਸਨੇ ਆਪਣੀ ਸਾਰੀ ਗੰਢਾਂ ਖੋਲੀਆਂ ਔਰ 3 ਹਿੱਸੇ ਕੀਤੇ। ਇੱਕ ਹਿੱਸਾ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਜਦੋਂ ਮਹਾਪੁਰਸ਼ਾਂ ਦੇ ਚਰਨਾਂ 'ਚ ਹਿੱਸਾ ਰੱਖਿਆ, ਮਹਾਪੁਰਸ਼ੋ ਇਹ ਲਓ ਆਪਣਾ ਹਿੱਸਾ ਲਓ। ਮੈਂ ਜੋ ਕਿਹਾ ਸੀ ਉਸ ਗੱਲ ਨੂੰ ਪੂਰਾ ਕੀਤਾ ਹੈ। ਇਹ ਤੁਹਾਡਾ ਹਿੱਸਾ ਇੱਥੇ ਪਿਆ ਹੈ। ਜਦੋਂ ਲੱਖੂ ਨੇ ਇਹ ਗੱਲ ਕਹੀ, ਮਹਾਪੁਰਸ਼ਾਂ ਨੇ ਅੱਖਾਂ ਖੋਲੀਆਂ। ਮਹਾਪੁਰਸ਼ਾਂ ਨੇ ਉਸ ਦੀ ਵੱਲ ਵੇਖਿਆ। ਓਏ ਪਾਪੀਆ, ਤੂੰ ਸਾਡਾ ਜਪ ਤੱਕ ਖਤਮ ਕਰਾਉਣ ਆਇਆ ਹੈ? ਤੂੰ ਆਪਣੇ ਪਾਪਾਂ ਵਿੱਚ ਸਾਨੂੰ ਸਾਂਝੀਦਾਰ ਬਣਾਉਣ ਆਇਆ ਹੈ? ਓਏ ਤੈਨੂੰ ਸ਼ਰਮ ਹੈ ਕਿ ਨਹੀਂ ਹੈ? ਲੱਖ ਲਾਨਤ ਹੈ ਪਾਪੀਆ, ਜਾ ਇੱਥੋਂ ਦੌੜ ਜਾ, ਚਲਾ ਜਾ ਇੱਥੋਂ। ਇਹ ਚੁੱਕ ਆਪਣਾ ਪਾਪ ਦੀ ਗੰਢ, ਸੰਭਾਲ ਆਪਣੀ ਪਾਪ ਦੀ ਗੰਢ। ਸਾਨੂੰ ਵੀ ਆਪਣੇ ਭਾਗੀਦਾਰ ਬਣਾ ਰਿਹਾ ਪਾਪ ਦਾ। ਲੱਖੂ ਕੁਝ ਬੋਲਿਆ ਨਹੀਂ। ਪੱਥਰ ਦਿਲ ਲੱਖੂ ਪਿਘਲ ਜਾ ਰਿਹਾ ਸੀ। ਉਹਦੇ ਅੰਦਰ ਮਹਾਪੁਰਸ਼ਾਂ ਦੀ ਇੱਕ ਗੱਲ ਤੀਰ ਵਾਂਗ ਜਾ ਰਹੀ ਸੀ। ਓਏ ਪਾਪੀਆ, ਕਿਸ ਵਾਸਤੇ ਤੂੰ ਇਹ ਪਾਪ ਦੀ ਕਮਾਈ ਇਕੱਠਾ ਕਰ ਰਿਹਾ ਹੈ? ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ। ਓਏ ਲੱਖੂ, ਕਿਸ ਵਾਸਤੇ ਪਾਪ ਇਕੱਠੇ ਕਰ ਰਿਹਾ ਹੈ? ਇਹ ਪਾਪਾਂ ਦੀ ਗੰਢ ਬਣ ਕੇ ਜਾਏਗਾ, ਉੱਥੇ ਤੈਨੂੰ ਜਮਾਂ ਦੀ ਮਾਰ ਪਏਗੀ। ਜਮਾਂ ਦੀ ਕੁੱਟ ਤੋਂ ਤੈਨੂੰ ਕੋਈ ਨਹੀਂ ਬਚਾ ਸਕੇਗਾ, ਤੈਨੂੰ ਕੁੱਟ ਖਾਣੀ ਪਏਗੀ। ਇੱਕ ਗੱਲ ਜਦੋਂ ਇਸਨੇ ਦੇ ਕੰਨਾਂ 'ਚ ਪਈ, ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਕੋਲ ਗਲਤੀ ਹੋ ਗਈ, ਦੱਸੋ ਮੈਂ ਕੀ ਕਰਾਂ? ਕੀ ਕਰਨਾ ਹੈ? ਜਾ, ਉੱਥੇ ਬੀਬੀਆਂ ਰੋ ਤੋਰੀਆਂ, ਝਾੜੀਆਂ ਛੁਪ ਕੇ ਬੈਠੀਆਂ ਹੋਈਆਂ ਹਨ। ਜਾ, ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਕਰ। ਸਤ ਬਚਨ ਮਹਾਰਾਜ, ਮੈਂ ਜਾਂਦਾ ਹਾਂ, ਹੁਣੇ ਉਹਨਾਂ ਦਾ ਸਮਾਨ ਵਾਪਸ ਕਰਕੇ ਆਉਂਦਾ ਹਾਂ। ਚਲਾ ਗਿਆ। ਉੱਥੇ ਬੀਬੀਆਂ ਛੁਪ ਕੇ ਬੈਠੀਆਂ ਹੋਈਆਂ ਹਨ, ਰੋ ਰਹੀਆਂ ਹਨ। ਅਸੀਂ ਕਿਸ ਤਰ੍ਹਾਂ ਵਿਆਹ ਵਿੱਚ ਜਾਵਾਂਗੇ? ਲੱਖੂ ਧਾੜਵੀ ਉੱਥੇ ਪਹੁੰਚਿਆ। ਬੀਬੀਓ, ਇਹ ਤੁਹਾਡਾ ਸਮਾਨ ਪਿਆ ਹੋਇਆ ਹੈ, ਮੈਨੂੰ ਮਾਫ ਕਰ ਦਿਓ, ਮੇਰੇ ਕੋਲ ਬੜੀ ਵੱਡੀ ਭੁੱਲ ਹੋ ਗਈ ਹੈ, ਮੈਂ ਤੁਹਾਨੂੰ ਲੁੱਟ ਕੇ ਲੈ ਗਿਆ ਹਾਂ। ਇਹ ਆਪਣਾ ਸਮਾਨ ਚੁੱਕ ਲਓ। ਬੀਬੀਆਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇਹ ਲੱਖੂ ਧਾੜਵੀ ਕਹਿ ਰਿਹਾ ਹੈ, ਇਸ ਦੇ ਅੰਦਰ ਕੋਈ ਕਪਟ ਹੈ, ਇਹ ਕੋਈ ਛਲ ਕਰ ਰਿਹਾ ਹੈ, ਇਸਨੇ ਸਾਨੂੰ ਮਾਰ ਦੇਣਾ ਹੈ। ਬੀਬੀਓ, ਐਸਾ ਕੋਈ ਮੇਰਾ ਇਰਾਦਾ ਨਹੀਂ ਹੈ। ਤੁਸੀਂ ਆਪਣਾ ਸਮਾਨ ਚੁੱਕੋ, ਤੁਸੀਂ ਆਪਣੇ ਵਿਆਹ ਵਿੱਚ ਜਾਓ, ਮੈਂ ਆਪਣੇ ਕੰਮ ਵਿੱਚ ਜਾਂਦਾ ਹਾਂ। ਇਤਨਾ ਕਹਿ ਕੇ ਲੱਖੂ ਧਾੜਵੀ ਨੇ ਉਹਨਾਂ ਦਾ ਸਮਾਨ ਰੱਖਿਆ ਅਤੇ
ਫਿਰ ਜਾ ਕੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਬੈਠ ਗਿਆ, ਮਹਾਂਪੁਰਸ਼ਾਂ ਦੇ ਚਰਨਾਂ 'ਚ ਮੱਥਾ ਟੇਕਿਆ। ਮਹਾਰਾਜ ਮੈਨੂੰ ਬਖਸ਼ ਲਓ, ਮੈਂ ਬੜੇ ਗੁਨਾਹ ਕੀਤੇ ਹਨ, ਮੈਂ ਪਾਪੀ ਹਾਂ, ਮੈਨੂੰ ਬਖਸ਼ ਲਓ, ਮੇਰੇ ਗੁਨਾਹ ਨੂੰ ਨਾ ਵੇਖੋ, ਤੁਸੀਂ ਮੈਨੂੰ ਬਖਸ਼ ਲਓ ਮਹਾਰਾਜ, ਤੁਸੀਂ ਮਹਾਂਪੁਰਸ਼ ਹੋ। ਮੈਨੂੰ ਤੇ ਇਹ ਗੱਲ ਸਮਝ ਨਹੀਂ ਆਉਂਦੀ ਕਿ ਲੁੱਟ ਕੇ ਮੈਂ ਆਇਆ ਹਾਂ, ਕਿਸੇ ਹੋਰ ਨੂੰ ਪਤਾ ਨਹੀਂ ਕਿ ਮੈਂ ਬੀਬੀਆਂ ਨੂੰ ਲੁੱਟਿਆ ਹੈ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ? ਤੁਸੀਂ ਅੰਤਰਜਾਮੀ ਹੋ ਮਹਾਰਾਜ, ਮੇਰਾ ਬੇੜਾ ਪਾਰ ਕਰ ਦਿਓ, ਮੈਨੂੰ ਇਹਨਾਂ ਪਾਪਾਂ ਤੋਂ ਛੁਟਕਾਰਾ ਦਵਾ ਦਿਓ। ਮਹਾਂਪੁਰਸ਼ ਉੱਠੇ, ਉਹਨਾਂ ਨੇ ਕੀ ਕੀਤਾ, ਇਸ ਦੀ ਬਾਂਹ ਫੜੀ, ਚੱਲ ਤੈਨੂੰ ਲੈ ਕੇ ਚਲਦੇ ਹਾਂ ਜਿੱਥੇ ਤੇਰਾ ਛੁਟਕਾਰਾ ਹੋਏਗਾ। ਮਹਾਰਾਜ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ, ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ? ਮੈਂ ਤੈਨੂੰ ਉੱਥੇ ਲੈ ਕੇ ਜਾ ਰਿਹਾ ਹਾਂ ਜਿੱਥੇ ਤੇਰੇ ਸਾਰੇ ਪਾਪ ਕੀਤੇ ਹੋਏ ਮਾਫ ਹੋ ਜਾਣਗੇ। ਇਤਿਹਾਸ ਵਿੱਚ ਉਹਨਾਂ ਮਹਾਂਪੁਰਸ਼ਾਂ ਦਾ ਨਾਂ ਭਾਈ ਜੇਠਾ ਜੀ ਕਿਹਾ ਗਿਆ ਹੈ। ਭਾਈ ਜੇਠਾ ਜੀ ਜੋ ਸਨ, ਉਹ ਹਰ ਵਕਤ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੁੜੇ ਰਹਿੰਦੇ ਸਨ। ਹਰ ਵਕਤ ਉਹਨਾਂ ਦੀ ਲਿਵ ਜੋ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੀ ਰਹਿੰਦੀ ਸੀ। ਰੰਗ ਰਤੜੇ ਰੂਹ ਸਨ। ਉੱਥੇ ਜਦੋਂ ਪਹੁੰਚੇ, ਅਕਾਲ ਤਖਤ ਸਾਹਿਬ ਪਹੁੰਚੇ, ਅੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਹੈ, ਕੀਰਤਨ ਹੋ ਰਿਹਾ ਹੈ, ਗੁਰਬਾਣੀ ਚੜ੍ਹ ਰਹੀ ਹੈ। ਭਾਈ ਜੇਠਾ ਜੀ ਨੇ ਲੱਖੂ ਨੂੰ ਕਿਹਾ, ਲੱਖੂ ਉਹ ਵੇਖ ਸਾਹਮਣੇ, ਉਹ ਹਨ ਮੇਰੇ ਗੁਰੂ, ਦਰਸ਼ਨ ਕਰ ਲੈ ਉਹਨਾਂ ਦੇ ਤੇ ਬੈਠ ਜਾ। ਲੱਖੂ ਇੱਕ ਪਾਸੇ ਹੋ ਕੇ ਬੈਠ ਗਿਆ। ਜੋ ਜੋ ਗੁਰਬਾਣੀ ਸੁਣ ਰਿਹਾ ਹੈ, ਗੁਰਬਾਣੀ ਅੰਦਰ ਜਾ ਰਹੀ ਹੈ, ਔਰ ਜੋ ਪਸ਼ਚਾਤਾਪ ਦੇ ਅਥਰੂ ਜਿਹੜੇ ਹਨ, ਪਾਪਾਂ ਦੀ ਮੈਲ ਜੋ ਹੈ ਅੱਖਾਂ ਦੇ ਰਾਹੀਂ ਅਥਰੂ ਬਣ ਕੇ ਬਾਹਰ ਨਿਕਲ ਰਹੀ ਹੈ। ਲੱਖੂ ਰੋ ਰਿਹਾ ਹੈ। ਗੁਰਦੁਆਰਾ ਕੀਰਤਨ ਦੀ ਸਮਾਪਤੀ ਹੋਈ, ਸੰਗਤ ਉੱਠ ਕੇ ਚਲੀ ਗਈ। ਭਾਈ ਜੇਠਾ ਜੀ ਆਏ। ਭਾਈ ਜੇਠਾ ਜੀ ਨੇ ਲੱਖੂ ਨੂੰ ਕਿਹਾ, ਉੱਠ ਲੱਖੂ, ਚੱਲ ਤੈਨੂੰ ਗੁਰੂ ਸਾਹਿਬ ਕੋਲ ਮਿਲਾਂਦਾ ਹਾਂ। ਜਦੋਂ ਗੁਰੂ ਸਾਹਿਬ ਦੇ ਕੋਲ ਗਏ, ਗੁਰੂ ਸਾਹਿਬ ਨੇ ਦੂਰੋਂ ਦੇਖ ਕੇ ਕਿਹਾ, ਆ ਭਾਈ ਲਖਿਆ, ਤੇਰੇ ਲੱਖਾਂ ਦੇ ਵਾਪਾਰ, ਤੇਰੇ ਲੱਖਾਂ ਦੇ ਵਾਪਾਰ, ਆ ਭਾਈ ਲਖਿਆ। ਉੱਥੇ ਪਹੁੰਚਦਿਆਂ ਹੀ ਭਾਈ ਬਣਾ ਲਿਆ ਅਤੇ ਵਾਪਾਰ ਲੱਖਾਂ ਦੇ। ਸੁਣ ਕੇ ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਪਾਪੀ ਹਾਂ ਮੈਂ ਬਹੁਤ ਪਾਪ ਕੀਤੇ ਨੇ, ਮੇਰੇ ਪਾਪਾਂ ਨੂੰ ਨਾ ਚਿਤਾਰੋ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਬਹੁਤ ਪਾਪੀ ਹਾਂ। ਨਹੀਂ, ਉੱਠ ਲਖਿਆ, ਤੂੰ ਵੱਡਾ ਵਪਾਰੀ, ਔਰ ਜਾ ਆਪਣਾ ਵਪਾਰ ਸ਼ੁਰੂ ਕਰ। ਗੁਰੂ ਘਰ ਨੂੰ ਨਾ ਭੁੱਲੀ, ਗੁਰੂ ਘਰ ਦਾ ਹਰ ਵਕਤ ਓਟ ਆਸਰਾ ਰਹੇ। ਮਹਾਰਾਜ ਮੇਰੇ ਔਗਣ ਬਖਸ਼ ਲਓ। ਤੇਰੇ ਔਗਣ ਤੇ ਉਸੇ ਵਕਤ ਬਖਸ਼ੇ ਗਏ ਸੀ ਜਦੋਂ ਤੂੰ ਸਾਡੇ ਸਿੱਖ ਦੇ ਚਰਨਾਂ ਤੇ ਮੱਥਾ ਟੇਕਿਆ ਸੀ, ਜਦੋਂ ਤੂੰ ਆਪਣਾ ਸਿਰ ਮੇਰੇ ਸਿੱਖ ਦੇ ਚਰਨਾਂ ਤੇ ਟਿਕਾਇਆ ਸੀ, ਤੇਰੇ ਪਾਪ ਉਸੇ ਵਕਤ ਬਖਸ਼ੇ ਗਏ ਸੀ। ਜਾ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਜਾ ਵਪਾਰ ਸ਼ੁਰੂ ਕਰ। ਚਲਾ ਗਿਆ ਭਾਈ ਲੱਖੂ, ਚਲਾ ਗਿਆ, ਛੋਟਾ ਜਿਹਾ ਵਪਾਰ ਸ਼ੁਰੂ ਕੀਤਾ। ਛੋਟੇ ਤੋਂ ਲੈ ਕੇ ਸਾਰੇ ਕਈ ਮੁਲਕਾਂ 'ਚ ਉਸਦਾ ਵਪਾਰ ਵੱਧਦਾ ਗਿਆ, ਲੱਖਾਂ ਦਾ ਵਪਾਰੀ ਬਣ ਗਿਆ। ਸਾਰੇ ਪਾਸੇ ਲੱਖੂ ਵਪਾਰੀ ਦਾ ਨਾਮ ਦੁਨੀਆ ਲੈਣ ਲੱਗ ਪਈ, ਬੜਾ ਵੱਡਾ ਵਪਾਰੀ ਹੈ, ਬੜਾ ਵੱਡਾ ਵਪਾਰੀ ਹੈ। ਕੁਝ ਸਾਲ ਬੀਤ ਗਏ ਵਪਾਰ ਕਰਦਿਆਂ। ਇਸੇ ਤਰ੍ਹਾਂ ਜਦੋਂ ਲੱਖੂ ਅੰਤਮ ਵੇਲਾ ਆਇਆ ਲੱਖੂ ਦਾ, ਲੱਖੂ ਨੇ ਸੋਚਿਆ ਕਿ ਹੁਣ ਮੇਰੇ ਜ਼ਿੰਦਗੀ ਦੇ ਥੋੜੇ ਦਿਨ ਰਹਿ ਗਏ ਹਨ। ਸਾਰਾ ਆਪਣਾ ਵਪਾਰ ਸਮੇਟਿਆ, ਸਾਰੀ ਧਨ ਦੌਲਤ ਉਸਨੇ ਇਕੱਠੀ ਕੀਤੀ, ਚਲਾ ਗਿਆ ਅਕਾਲ ਤਖਤ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਸਾਰੀ ਦੌਲਤ ਉਹਨਾਂ ਦੇ ਚਰਨਾਂ 'ਚ ਰੱਖ ਦਿੱਤੀ। ਮਹਾਰਾਜ, ਇਹ ਨੇਕ ਕਮਾਈ ਹੈ, ਇਹ ਨੇਕ ਕਮਾਈ ਹੈ, ਕੋਈ ਪਾਪ ਦੀ ਕਮਾਈ ਨਹੀਂ ਹੈ। ਆਪ ਜਿੱਥੇ ਚਾਹੋ ਉੱਥੇ ਇਸ ਕਮਾਈ ਨੂੰ ਲਾਓ। ਕਹਿੰਦੇ ਹਨ ਜਦੋਂ ਇਨਸਾਨ ਆਪਣੇ ਅੰਦਰੋਂ ਝੁਕ ਜਾਂਦਾ ਹੈ, ਉਹਦੇ ਸਾਰੇ ਕੰਮ ਹੋ ਜਾਂਦੇ ਹਨ, ਉਹਦੀ ਸਾਰੀ ਕੀਤੀ ਮਿਹਨਤ ਸਫਲ ਹੋ ਜਾਂਦੀ ਹੈ। ਝੁਕਣਾ ਹੈ ਅੰਦਰੋਂ ਝੁਕਣਾ ਹੈ, ਝੁਕਣ ਦੀ ਲੋੜ ਹੈ। ਜਦੋਂ ਅਸੀਂ ਗੁਰੂ ਚਰਨਾਂ 'ਚ ਝੁਕ ਜਾਂਦੇ ਹਾਂ ਤਾਂ ਗੁਰੂ ਸਾਨੂੰ ਮਾਫ ਕਰ ਦਿੰਦਾ ਹੈ। ਲੇਕਿਨ ਇਸ ਕਥਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਵੀ ਆਪਣੇ ਘਰ ਕਮਾਈ ਆਵੇ ਉਹ ਨੇਕ ਕਮਾਈ ਹੋਵੇ, ਪਾਪ ਦੀ ਕਮਾਈ ਨਾ ਹੋਵੇ। ਕਿਉਂ ਗੁਰੂ ਨਾਨਕ ਸਾਹਿਬ ਨੇ ਭਾਈ ਮਲਕ ਭਾਗੋ ਨੂੰ ਇਹ ਗੱਲ ਕਹੀ ਸੀ। ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ, ਤੁਸੀਂ ਜਾ ਕੇ ਗਰੀਬ ਲਾਲੋ ਦੇ ਘਰ ਠਹਿਰੇ ਹੋ, ਉੱਥੇ ਰੁੱਖੀ ਰੋਟੀ ਖਾਧੀ ਹੈ ਤੁਸੀਂ, ਮੇਰੇ ਘਰ ਦੇ 36 ਪਦਾਰਥ ਛੋੜ ਕੇ ਤੁਸੀਂ ਰੁੱਖੀ ਮਿੱਸੀ ਰੋਟੀ ਖਾਧੀ। ਨਹੀਂ ਮਲਕ ਭਾਗੋ, ਉਸ ਇੱਕ ਇੱਕ ਬੁਰਕੀ 'ਚ ਮੈਨੂੰ ਬੜਾ ਆਨੰਦ ਆਇਆ ਸੀ, ਉਸਦੀ ਨੇਕ ਕਮਾਈ ਸੀ। ਤੇਰੀਆਂ ਪੂੜੀਆਂ, ਕਚੌੜੀਆਂ, ਹਲਵੇ ਵਿੱਚ 36 ਪ੍ਰਕਾਰ ਦੇ ਭੋਜਨ ਤੂੰ ਰੱਖੇ ਹਨ, ਲੇਕਿਨ ਮੈਨੂੰ ਇਸ ਵਿੱਚ ਲਹੂ ਦੀ ਬਦਬੂ ਆਉਂਦੀ ਹੈ। ਤੂੰ ਗਰੀਬਾਂ ਦਾ ਲਹੂ ਨਿਚੋੜ ਕੇ ਇਹ ਜੋ ਭੰਡਾਰਾ ਕੀਤਾ ਹੈ ਉਹ ਹੈ। ਲੇਕਿਨ ਉਸ ਤੋਂ ਬਾਅਦ ਮਲਕ ਭਾਗੋ ਨੂੰ ਸਿੱਖਿਆ ਮਿਲ ਗਈ, ਉਸਨੇ ਨੇਕ ਕਮਾਈ ਸ਼ੁਰੂ ਕਰ ਦਿੱਤੀ। ਜਦੋਂ ਕਹਿੰਦੇ ਨਾ ਜੈਸਾ ਅੰਨ ਤੈਸਾ ਮਨ,
ਜਦੋਂ ਅਸੀਂ ਆਪਣੇ ਘਰ 'ਚ ਨੇਕ ਕਮਾਈ ਲਿਆਵਾਂਗੇ, ਸਾਡੇ ਬੱਚੇ ਵੀ ਨੇਕ ਹੋਣਗੇ, ਅੱਗੋਂ ਬੱਚੇ ਵੀ ਸਾਡੀ ਪਾਏ ਪੂਰਨੀਆਂ ਤੇ ਚੱਲਣਗੇ। ਔਰ ਜਿਹੜੇ ਇਸ ਤਰ੍ਹਾਂ ਕਮਾਈ ਆਂਦੀ ਹੈ ਨਾ, ਉਹ ਘਰ ਵਿੱਚ ਨਹੀਂ ਸੁੱਖ ਦਿੰਦੀ, ਉਸਨੇ ਦੁੱਖ ਹੀ ਦੇਣੇ ਹਨ। ਬੱਚੇ ਵਿਗੜ ਜਾਂਦੇ ਹਨ, ਸ਼ਰਾਬੀ ਕੁਆਬੀ ਬਣ ਜਾਂਦੇ, ਐਬੀ ਬਣ ਜਾਂਦੇ। ਇਸ ਵਾਸਤੇ ਕੋਸ਼ਿਸ਼ ਇਹ ਕਰੋ ਕਿ ਆਪਣੇ ਘਰ ਜੋ ਕਮਾਈ ਆਵੇ, ਥੋੜਾ ਖਾਣਾ ਠੀਕ ਰਹਿਣਾ ਹੈ, ਲੇਕਿਨ ਕਮਾਈ ਜਿਹੜੀ ਹੈ ਨੇਕ ਹੋਣੀ ਚਾਹੀਦੀ ਹੈ, ਭਲੀ ਕਮਾਈ ਹੋਣੀ ਚਾਹੀਦੀ ਹੈ। ਪਾਪ ਦੀ ਕਮਾਈ ਆਪਣੇ ਘਰ ਵਿੱਚ ਨਹੀਂ ਆਣੀ ਚਾਹੀਦੀ। ਭੁੱਲਾਂ ਚੁੱਕਾਂ ਮਾਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।